लोग की हारे आ मगर कांग्रेस 'ਚ बैठे हुक्मरान वजीर जिते ਜਿਹੜੇ ਵਕੀਲ ਅਸਲ 'ਚ ਮਾਪਿਆਂ ਨੂੰ ਵੱਖਰਾ ਵਕੀਲ ਕਰਨ ਦੀ ਲੋੜ ਕੀ ਸੀ। ਮਾਪਿਆਂ ਦੀ ਲੜਾਈ ਤਾਂ ਸਰਕਾਰ ਨੂੰ ਲੜਨੀ ਚਾਹੀਦੀ ਸੀ। ਸੁਸਾਈਡ ਦੇ ਰੇਟਸ ਵਧੇ ਹੋਏ ਆ, ਮਾਪੇ ਅੰਡਰ ਸਟ੍ਰੈਸ ਨੇ, ਬੱਚੇ ਅੰਡਰ ਸਟ੍ਰੈਸ ਹੈ। ਇਸ ਸਮੇਂ 'ਚ ਵੀ ਜਿਵੇਂ ਤੁਸੀਂ ਉਹ ਕੋਲ ਦਾ ਇੱਕ ਕੇਸ ਹੋਇਆ ਸੀ ਜਿਸ 'ਚ ਸਰਕਾਰ ਨੇ ਪੱਖ ਕਮਜ਼ੋਰ ਪੇਸ਼ ਕੀਤਾ। ਜਿਹੜੇ ਕੇਸ ਸਰਕਾਰ ਪਿਛਲੀ ਜਿੱਤੀ ਸੀ, ਨਵੀਂ ਸਰਕਾਰ ਉਹੀ ਕੇਸ ਹਾਰ ਗਈ। ਕਿਉਂ ਮਜਬੂਰ ਹੋਏ ਆ ਮਾਪੇ? ਇਹੀ ਮਾਪੇ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚ ਆਪਦੇ ਬੱਚਿਆਂ ਦੇ ਦਾਖਲੇ ਕਰਾਏ ਸੀ ਜਦੋਂ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਸਨ। ਕਈ ਮਾਪੇ ਇਹ ਜਿਹੇ ਜਿਨ੍ਹਾਂ ਦੀ ਨੌਕਰੀ 'ਚੋਂ ਕੱਢਤਾ, ਜਾਂ ਉਹਨਾਂ ਨੂੰ ਸੈਲਰੀ ਨਹੀਂ ਮਿਲੀ, ਜਾਂ ਉਹਨਾਂ ਦੀ ਸੈਲਰੀ 50% ਹੋ ਗਈ ਆ, ਜਾਂ ਉਹਨਾਂ ਦੀ ਜੇ ਉਹ ਫੈਕਟਰੀ ਚਲਾਉਂਦੇ ਸੀ ਕੰਪਨੀ ਬੰਦ ਹੋ ਗਈ, ਉਹਨਾਂ ਤੋਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਔਖੇ ਸਮੇਂ 'ਚ ਸਰਕਾਰ ਨੇ, ਮੈਂ ਬਾਰ-ਬਾਰ ਗੱਲ ਕਰਦਾ ਆਇਆ ਇਸ ਗੱਲ ਦੀ, ਕਿ ਇਕਨੋਮਿਕ ਪੈਕੇਜ ਜਿਹੜਾ ਪੰਜਾਬ ਸਰਕਾਰ ਦਾ ਇੱਕ ਫਰਜ਼ ਬਣਦਾ ਦੇਣਾ, ਉਹਦੀ ਚਰਚਾ ਹੀ ਕੋਈ ਨਹੀਂ। ਮੈਂ ਕਹੂੰਗਾ ਜੀ ਮਾਪਿਆਂ ਦੇ ਉਲਟ ਗਈ ਹੈ ਸਰਕਾਰ, ਮੈਂ ਸਪਸ਼ਟ ਕਹਿ ਰਿਹਾ। ਔਰ ਉਹਦਾ ਕਾਰਨ ਮੈਂ ਕਹਿ ਰਿਹਾ ਕਿਉਂਕਿ ਪ੍ਰਾਈਵੇਟ ਸਕੂਲ ਦੀ ਲੌਬੀ ਇੰਨੀ ਸਟਰੋਂਗ ਹੈ। ਦੇਖੋ ਉਹਨਾਂ ਨੇ ਵਕੀਲ ਸਾਹਿਬ ਵੀ ਜਿਹੜੇ ਕੀਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਟੌਪ ਦੇ ਵਕੀਲ ਸਾਹਿਬ ਕੀਤੇ। ਤੁਸੀਂ ਅੱਜ ਇਕਨੋਮਿਕ ਪੈਕੇਜ ਦਿੰਦੇ ਕਿ ਅਸੀਂ ਸਾਰੀ ਫੀਸ ਅਸੀਂ ਦੇਵਾਂਗੇ, ਮਾਪਿਆਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਬੱਚੇ ਸਾਡੇ ਨੇ, ਇਹ ਬੱਚੇ ਪੰਜਾਬ ਦਾ, ਇਹ ਦੇਸ਼ ਦਾ ਭਵਿੱਖ ਹੈ, ਇਹਦੀ ਫੀਸ ਅਸੀਂ ਦੇਵਾਂਗੇ, ਮਾਪਿਆਂ ਨੂੰ ਫਿਕਰ ਕੋਈ ਨਹੀਂ, ਸਕੂਲਾਂ ਨਾਲ ਅਸੀਂ ਗੱਲ ਕਰਾਂਗੇ। ਇਹ ਗੱਲ ਕਹਿਣ ਦੀ ਜਗ੍ਹਾ ਰਿਵਿਊ ਦਾ ਮਤਲਬ ਤਾਂ ਕੰਮ 3 ਮਹੀਨੇ ਫੇਰ ਗਿਆ, ਤਦ ਤੱਕ ਤਾਂ ਸ਼ਾਇਦ ਰੱਬ ਸੁੱਖ ਰੱਖੇ ਸਭ ਕੁਝ ਹੀ ਖੁੱਲ ਜੂਗਾ। ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਇਸ ਲਈ ਚੁਣਿਆ ਕਿ ਜਿੱਥੇ ਉਹ ਪੰਜਾਬ ਦੇ ਲੋਕਾਂ ਦੀ ਸੁਣਵਾਈ ਕਰਨ, ਉੱਥੇ ਐਜੂਕੇਸ਼ਨ ਦਾ ਪੱਧਰ ਉੱਚਾ ਚੁੱਕਣ ਵਾਸਤੇ ਆਪਦੀ ਕਾਰਗੁਜ਼ਾਰੀ ਨਿਭਾਉਣ। ਮਗਰ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਜਿੰਨਾ ਇਹ ਲੋਕਡਾਊਨ ਦਾ ਸਮਾਂ ਜਾਂ ਕੋਵਿਡ ਦਾ ਸਮਾਂ, ਇਹ ਸਮੇਂ 'ਚ ਲੋਕਾਂ ਨੂੰ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ ਨੇ ਹਰ ਤਰੀਕੇ ਦੀਆਂ। ਲੋਕ ਕੀ ਹਾਰੇ ਆ ਮਗਰ ਕਾਂਗਰਸ 'ਚ ਬੈਠੇ ਹੁਕਮਰਾਨ ਵਜ਼ੀਰ ਜਿੱਤੇ ਆ। ਇਹਨਾਂ ਨੇ ਖਜ਼ਾਨੇ ਨੂੰ ਕਿਸ ਤਰੀਕੇ ਨਾਲ ਲੁੱਟਿਆ, ਚਾਹੇ ਉਹ ਸ਼ਰਾਬ ਮਾਫੀਆ, ਰੇਤ ਮਾਫੀਆ, ਸੀਡ ਘੁਟਾਲਾ ਜਾਂ ਇੰਸ਼ੋਰੈਂਸ ਦੇ ਸਕੈਮ ਹੈ। ਮੈਂ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ, ਮੈਂ ਉਹਦੇ 'ਚ ਨਹੀਂ ਜਾਂਦਾ। ਅੱਜ ਦੀ ਗੱਲ 'ਚ ਆਉਣਾ। ਦੇਖੋ ਅੱਜ ਹਾਈ ਕੋਰਟ 'ਚ ਆਨਰੇਬਲ ਹਾਈ ਕੋਰਟ ਦਾ ਫੈਸਲਾ ਆਇਆ ਸੀ, ਸਾਰੇ ਹਾਈ ਕੋਰਟ ਦਾ ਸਤਿਕਾਰ ਕਰਦੇ, ਮਗਰ ਜੇ ਹਾਈ ਕੋਰਟ ਅੱਗੇ ਪੇਰੈਂਟਸ ਦੀ, ਮਾਪਿਆਂ ਦੀ ਗੱਲ ਹੀ ਠੀਕ ਤਰ੍ਹਾਂ ਨਾ ਰੱਖੀ ਜਾਵੇ ਔਰ ਕੇਸ ਕਮਜ਼ੋਰੀ ਨਾਲ ਰੱਖਿਆ ਜਾਵੇ, ਕਮਜ਼ੋਰ ਤੱਥ ਪੇਸ਼ ਕੀਤੇ ਜਾਣ, ਜਿਹੜੇ ਵਕੀਲ ਅਸਲ 'ਚ ਮਾਪਿਆਂ ਨੂੰ ਵੱਖਰਾ ਵਕੀਲ ਕਰਨ ਦੀ ਲੋੜ ਕੀ ਸੀ। ਮਾਪਿਆਂ ਦੀ ਲੜਾਈ ਤਾਂ ਸਰਕਾਰ ਨੂੰ ਲੜਨੀ ਚਾਹੀਦੀ ਸੀ। ਸਰਕਾਰ ਕਹਿੰਦੀ ਕਿ ਤੁਹਾਨੂੰ ਵਕੀਲ ਦਾ ਖਰਚਾ ਕਰਨ ਦੀ ਲੋੜ ਨਹੀਂ, ਅਸੀਂ ਤੁਹਾਡੇ ਲੜਾਈ ਲੜਾਂਗੇ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਪ੍ਰਾਈਵੇਟ ਸਕੂਲਸ ਜਿਨ੍ਹਾਂ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਕਿਸੇ ਸੰਸਥਾ ਦੇ ਖਿਲਾਫ ਨਹੀਂ, ਮਗਰ ਇਹ ਔਖਾ ਸਮਾਂ ਹੈ, ਐਮਰਜੈਂਸੀ ਟਾਈਪ ਸਿਚੁਏਸ਼ਨ ਹੈ, ਟਫ ਟਾਈਮਸ ਹੈ, ਟਰਾਈਂਗ ਟਾਈਮਸ ਹੈ। ਸੁਸਾਈਡ ਦੇ ਰੇਟਸ ਵਧੇ ਹੋਏ ਆ, ਮਾਪੇ ਅੰਡਰ ਸਟ੍ਰੈਸ ਨੇ, ਬੱਚੇ ਅੰਡਰ ਸਟ੍ਰੈਸ ਹੈ। ਇਸ ਸਮੇਂ 'ਚ ਵੀ ਜਿਵੇਂ ਤੁਸੀਂ ਉਹ ਕੋਲ ਦਾ ਇੱਕ ਕੇਸ ਹੋਇਆ ਸੀ ਜਿਸ 'ਚ ਸਰਕਾਰ ਨੇ ਪੱਖ ਕਮਜ਼ੋਰ ਪੇਸ਼ ਕੀਤਾ। ਜਿਹੜੇ ਕੇਸ ਸਰਕਾਰ ਪਿਛਲੀ ਜਿੱਤੀ ਸੀ, ਨਵੀਂ ਸਰਕਾਰ ਉਹੀ ਕੇਸ ਹਾਰ ਗਈ। ਕਿਉਂ ਹਾਰ ਗਈ? ਕਿਉਂਕਿ ਤੱਥ ਨਹੀਂ ਸਹੀ ਤਰੀਕੇ ਨਾਲ ਸਾਹਮਣੇ ਰੱਖੇ ਆਨਰੇਬਲ ਕੋਰਟ ਦੇ ਅੱਗੇ। ਹੁਣ ਵੀ ਉਹੀ ਕੁਛ ਹੋਇਆ। ਮੈਂ ਕੁਝ ਕੱਢ ਕੇ ਲਿਆਇਆ ਜੱਜਮੈਂਟਸ, ਜਿਹੜਾ ਮੈਨੂੰ ਧਿਆਨ 'ਚ ਆਈਆਂ ਗੱਲਾਂ। ਇਹੀ ਜਿਹੜੇ ਕੇਸ ਸਨ ਕਈ ਹਾਈ ਕੋਰਟਾਂ 'ਚ, ਚਾਹੇ ਉਹ
उत्तराखंड हाई कोर्ट है, केरला हाई कोर्ट है, दिल्ली हाई कोर्ट है। उत्थे स्टूडेंट्स ते पेरेंट्स दे जिहड़े हक सी उन्हां नूं प्रोटैक्ट किया गया। उहदा कारण वड्डा की है कि सरकार ने आपदे सही तत्थ रखे। कमाल दी गल है, कल दी जजमेंट तो जिन्ना मैनूं समा मिलिया, देखो रिव्यू फाइल करनी एक केवल टाइम टपाउण दी प्रक्रिया है। रिव्यू का फैसला तो फिर 3 महीने नहीं आना, तो 3 महीने वो मापे की करनगे। आज सारे बेचारे सड़क ते तुरे आ गए। फिर कल एक कोर्ट की जजमेंट च गल आई है, वाइल डीलिंग विद द आर्गूमेंट that the same were violative of the Punjab Regulation of Fee of Unaided Educational Institutions Act 2016। बड़े ध्यान नाल सुनियो। The state conceded, even though it may be correct that the domain of fixing the fees as per the act is that of the school। कमाल होगी, ये रिकॉर्ड हो रहा उत्थे जजमेंट च कि ये गल ठीक है कि असी ये जिहड़ी एजुकेशनल इंस्टीट्यूशन आप दे फीस का फैसला आप कर सकदियां ने, ये स्टेट ही कंसीड कर गई है उत्थे। जबकि स्टेट का फर्ज बनता सी कि इस औखे समय च सही तत्थ रख के आप मापियां दी, पेरेंट्स की आवाज़ बन के मापियां नूं जिहड़ियां मुश्किलातां आ रहीआं ने फीस बारे वो गल रख दे। हुण तुसीं वेखो हो की रहा है। जिन्ने भी स्कूल है, अज एक मापियां ने कई जगह प्रोटेस्ट शुरू करता। की प्रोटेस्ट शुरू किया कि जिहड़ा नो अर्निंग कि साडी कमाई कोई नहीं, सो और इस कोविड के समय च कोई स्कूल नहीं, तो फिर सुभाविक है कोई फीस नहीं होनी चाहिए। एक मूवमेंट शुरू हो गई, नो अर्निंग, नो स्कूल, नो फीस। क्यों मजबूर होए मापे? यही मापे जिन्हां ने प्राइवेट स्कूलों च आपदे बच्चों के दाखले कराए सी जदों उन्हां नूं तनखावां मिलदियां सन। कई मापे ये जे जिन्हां दी नौकरी चों कढ़ता जां उन्हां नूं सैलरी नहीं मिली, जां उन्हां दी सैलरी 50% हो गई है, जां उन्हां दी जे वो फैक्ट्री चलाउंदे सी कंपनी बंद हो गई है, उन्हां तो अपने मुलाजमां दी तनखावां नहीं दित्तियां जा रहीआं। इस औखे समय च सरकार ने, मैं बार बार गल करदा आया इस गल दी कि इकनॉमिक पैकेज जिहड़ा पंजाब सरकार दा एक फर्ज बनदा देना, उहदी चर्चा ही कोई नहीं, ਉਹਦਾ ਜ਼ਿਕਰ ही कोई नहीं। हुण जिहड़ा बच्चा किंडर गार्डन च है जां नर्सरी च है जां 1 च है जां 2 च है, वो ऑनलाइन क्लासिस, मेरा आपदा न्याणा दूजी क्लास च है, ऑनलाइन क्लास ਉਹਦੀ चलती है, न्याणा लम्मा लिटिया पिया, ਉਹਨੂੰ उठा के सिद्धा कर दी, फिर लिट जाता है। मतलब मैं कईयां दे मापियां नाल मैं फिर गल कीती, कहंदे जी बच्चे बड़े छोटे ने, इन्हां नूं ऑनलाइन दी काम दी जिहड़ी ये कॉन्सैप्ट है इन्हां तो समझ तो बाहर होया पिया। और ये क्रॉस द बोर्ड फिर उन्हां बच्चों दी ऑनलाइन क्लासिस काहदियां लग रही, जद टीचर बच्चों नूं देख नहीं सक रही, उहदे च कहंदे जी वीडियो बंद कर दिओ, कल्ला ऑडियो ऑन करिओ जद असीं कवांगे। सो एक 1 साइडेड टीचर की फोटो आ रही है, टीचर नूं पता भी नहीं लग रहा बच्चा की कर रहा, क्योंकि छोटे बच्चे ने क्लास च भी उन्होंने बच्चों नूं मैनेज कर दिया ने टीचर साहिबाना। उस ऑनलाइन फीस का की मतलब है? इसलिए सारा कुछ जे तत्थ सही तरीके नाल रखे जाते जज साहब अगे, ऑनरेबल जज साहब अगे, तो सुभाविक है फिर वो केस तगड़े तरीके नाल जे पंजाब सरकार लड़दी इंस्टैड ऑफ सरेंडरिंग। अज प्राइवेट स्कूलों के मदद ते सिंगला साहब उतरे ने, अज प्राइवेट स्कूलों के बुलारे बन के उतरे ने। और उसका वड्डा कारण मैं कह दिया क्योंकि कई हुक्मरान जिहड़े बैठे ने उन्हां दे अपने स्कूल ते कॉलेज चलते ने, जिथे भी रौला पै रहा फीसां दा, चाहे वो पटियाला होवे, मोहाली होवे, पंजाब का कोई कोना होवे, वो भी सब उन्होंने
ਦਬਾਅ ਹੇਠ ਸਿੰਗਲਾ ਸਾਹਿਬ ਆ ਗਏ ਔਰ ਸਿੰਗਲਾ ਸਾਹਿਬ ਨੇ ਮਾਪਿਆਂ ਦੀ ਗੱਲ ਉੱਥੇ ਨਹੀਂ ਰੱਖੀ। ਜਦ ਸਕੂਲ ਬੰਦ ਨੇ ਤੇ ਫਿਰ ਮੈਨੂੰ ਦੱਸੋ, ਇਹ ਜਦੋਂ ਐਡਮਿਸ਼ਨਾਂ ਵੀ ਕਰਾਈਆਂ, ਕਈਆਂ ਨੇ ਮੋਟੇ ਡੋਨੇਸ਼ਨਸ ਲਈਆਂ ਨੇ ਉਦੋਂ ਸਕੂਲਾਂ ਨੇ। ਪ੍ਰਾਈਵੇਟ ਸਕੂਲ ਦੇ ਏਡੀਆਂ ਬਿਲਡਿੰਗਾਂ ਨੇ ਔਰ ਕਿੱਥੇ ਤੁਸੀਂ ਉੱਥੇ ਜਾ ਕੇ ਪਤਾ ਕਰੋ ਫੀਸ ਕਿਹੜੀ, ਐਡਮਿਸ਼ਨ ਫੀ, ਬਿਲਡਿੰਗ ਫੀ, ਐਗਜ਼ਾਮੀਨੇਸ਼ਨ ਫੀ, ਕੰਪਿਊਟਰ ਫੀ, ਈ ਕੇਅਰ ਫੀ, ਸਪੋਰਟਸ ਫੀ, ਟਰਾਂਸਪੋਰਟੇਸ਼ਨ ਫੀਸ, ਐਨੂਅਲ ਫੰਕਸ਼ਨ ਫੀਸ। ਜਿਹੜੇ ਮਾਪਿਆਂ ਦੀ ਨੌਕਰੀ ਚਲੀ ਗਈ ਆ ਉਹ ਕਿੱਥੋਂ ਦੇਣਗੇ ਫੀਸਾਂ? ਮਗਰ ਸਰਕਾਰ ਨੂੰ ਉਹਨਾਂ ਦਾ ਕੋਈ ਦਰਦ ਨਹੀਂ ਮਹਿਸੂਸ ਹੋਇਆ। ਉਲਟਾ ਕੀ ਕੀਤਾ? ਹਾਂ, ਜਾਂ ਤਾਂ ਸਰਕਾਰ ਇਹ ਕਰੇ ਕਿ ਤੁਹਾਡੀ ਆਮਦਨ ਖਤਮ ਹੋ ਗਈ, ਇਸ ਲਈ ਜਿੰਨੀਆਂ ਟੈਕਸਿਸ ਪੰਜਾਬ ਸਰਕਾਰ ਕਲੈਕਟ ਕਰ ਰਹੀ ਹੈ ਅਸੀਂ ਉਹ ਬੰਦ ਕਰ ਦਿੰਦੇ ਹਾਂ। ਫਿਰ ਵੀ ਮੈਂ ਸਮਝਾ ਉਹਨਾਂ ਦੇ ਜੇਬ 'ਚ ਕੋਈ ਬੱਚਤ ਹੋ ਜੂਗਾ। ਡੀਜ਼ਲ ਦਾ ਰੇਟ ਤਾਂ ਸਭ ਤੋਂ ਮਹਿੰਗਾ ਵੈਟ ਕਰਤਾ। ਅੱਜ ਤੁਸੀਂ ਹੈਰਾਨ ਹੋਗੇ, 20-21 ਰੁਪਈਏ ਵੈਟ 'ਚ ਹੀ ਇਕੱਲੇ ਕਲੈਕਟ ਕਰ ਰਹੇ ਆ। ਬਿਜਲੀ ਦੇ ਰੇਟ ਵੱਧ ਗਏ, ਕੋਈ ਟੈਕਸ ਦੀ ਰੇਤ ਨਹੀਂ ਦਿੱਤੀ, ਮਗਰ ਮਾਪਿਆਂ ਨੂੰ ਸੜਕਾਂ 'ਤੇ ਛੱਡਤਾ ਕਿ ਫੈਂਡ ਫॉर योरसेल्फ, ਤੁਸੀਂ ਆਪਣੀ ਲੜਾਈ ਆਪ ਲੜੋ, ਅਸੀਂ ਤਾਂ ਪ੍ਰਾਈਵੇਟ ਸਕੂਲ ਦੇ ਨਾਲ ਖਲੋਵਾਂਗੇ। ਔਰ ਉਹੀ ਕਾਰਨ ਹੋਇਆ ਜਾ ਕੇ ਉੱਥੇ ਹਾਈ ਕੋਰਟ ਦਾ ਆਰਡਰ 'ਚ ਹੀ ਲਿਖਿਆ ਕਿ ਸਰਕਾਰ ਨੇ ਆਪਣਾ ਗਰਾਊਂਡ ਕੰਸੀਡ ਕਰਦੇ ਹੋਏ ਇਹ ਕਹਿਤਾ ਨਹੀਂ ਜੀ ਫੀਸ ਦਾ ਫੈਸਲਾ ਕਰਨ ਦਾ ਅਧਿਕਾਰ ਤਾਂ ਪ੍ਰਾਈਵੇਟ ਸਕੂਲਾਂ ਦਾ, ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਨਾ ਬੈਠ ਕੇ ਉੱਥੇ ਐਡਵੋਕੇਟ ਜਦੋਂ ਬੈਠ ਕੇ ਪਲੈਨਿੰਗ ਹੋ ਜਾਂਦੀ ਕਿ ਮਾਪੇ ਆਪਣੇ ਤੌਰ ਤੇ ਚਲ ਗਏ, ਸਰਕਾਰ ਆਪਣੇ ਤੌਰ ਤੇ ਗਈ ਨਹੀਂ ਗਈ। ਮੈਂ ਕਹੂੰਗਾ ਜੀ ਮਾਪਿਆਂ ਦੇ ਉਲਟ ਗਈ ਹੈ ਸਰਕਾਰ, ਮੈਂ ਸਪਸ਼ਟ ਕਹਿ ਰਿਹਾ। ਔਰ ਉਹਦਾ ਕਾਰਨ ਮੈਂ ਕਹਿ ਰਿਹਾ ਕਿਉਂਕਿ ਪ੍ਰਾਈਵੇਟ ਸਕੂਲ ਦੀ ਲੌਬੀ ਇੰਨੀ ਸਟਰੋਂਗ ਹੈ। ਦੇਖੋ ਉਹਨਾਂ ਨੇ ਵਕੀਲ ਸਾਹਿਬ ਵੀ ਜਿਹੜੇ ਕੀਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਟੌਪ ਦੇ ਵਕੀਲ ਸਾਹਿਬ ਕੀਤੇ, ਉਹ ਅਫੋਰਡ ਕਰ ਸਕਦੇ ਸੀ, ਮਾਪੇ ਅਫੋਰਡ ਨਹੀਂ ਕਰ ਸਕਦੇ ਸੀ। ਔਰ ਮਾਪਿਆਂ ਦੀ ਲੜਾਈ ਸਰਕਾਰ ਨੂੰ ਲੜਨੀ ਚਾਹੀਦੀ ਸੀ, ਮਗਰ ਸਰਕਾਰ ਨੇ ਕਮਜ਼ੋਰੀ ਵਿਖਾਉਂਦਿਆਂ ਹੋਇਆਂ, ਕੇਸ ਕਮਜ਼ੋਰੀ ਨਾਲ ਰੱਖਦਿਆਂ ਹੋਇਆਂ, ਸਹੀ ਤੱਥ ਸਰਕਾਰ ਕੋਰਟ ਅੱਗੇ ਨਹੀਂ ਰੱਖੇ, ਉਹਦੇ ਕਰਕੇ ਫੈਸਲਾ ਉਲਟ ਆਇਆ। ਨਹੀਂ ਤਾਂ ਇਹ ਕੋਲ ਸਕੈਮ ਵਾਂਗੂ ਐਜੂਕੇਸ਼ਨ ਸਕੈਮ ਅੱਜ ਹੋ ਰਿਹਾ ਔਰ ਸਰਕਾਰ ਕਰਾ ਰਹੀ। ਪਰ ਜਿਹੜਾ ਮੰਤਰੀ ਸਾਹਿਬ ਦੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਔਰ ਜਿਹੜੀ ਉਹਨਾਂ ਨੇ ਕਿਹਾ ਕਿ ਡਬਲ ਬੈਂਚ ਨੂੰ ਅਸੀਂ ਚੈਲੰਜ ਕਰਾਂਗੇ, ਜਿਹੜਾ ਸਿੰਗਲ ਬੈਂਚ ਦਾ ਜਿਹੜਾ ਆਰਡਰ ਹੈ, ਜੋ ਵੀ ਅੱਜ ਦੀ ਪ੍ਰੈਸ ਕਾਨਫਰੰਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਰਾਜਨੀਤੀ ਦੇ ਤੌਰ ਤੇ ਕਿ ਅੱਜ ਉਹਨਾਂ ਨੂੰ ਕਿਉਂ ਆ ਕੇ ਬੋਲਣਾ ਪਿਆ, ਕਿਉਂ ਅੱਜ ਹੀ ਇਹ ਗੱਲ ਕਹਿਣੀ? ਕਵਰ ਅਪ ਆਪਰੇਸ਼ਨ ਹੋਇਆ ਅੱਜ ਸਿੰਗਲਾ ਸਾਹਿਬ ਦਾ ਕਵਰ ਅਪ ਆਪਰੇਸ਼ਨ ਸੀ। ਆਪ ਦੀ ਨਾਕਾਮੀ, ਪੇਰੈਂਟਸ ਦੇ ਰੋਸ ਅੱਗੇ, ਆਪ ਦਾ ਇਕੱਲਾ ਇੱਕ ਬਚਾਅ ਰੱਖਣ ਵਾਸਤੇ ਕਿ ਅਸੀਂ ਰਿਵਿਊ ਫਾਈਲ ਕਰਾਂਗੇ। ਤੁਸੀਂ ਅੱਜ ਇਕਨੋਮਿਕ ਪੈਕੇਜ ਦਿੰਦੇ ਕਿ ਅਸੀਂ ਸਾਰੀ ਫੀਸ ਅਸੀਂ ਦੇਵਾਂਗੇ, ਮਾਪਿਆਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਬੱਚੇ ਸਾਡੇ ਨੇ, ਇਹ ਬੱਚੇ ਪੰਜਾਬ ਦਾ, ਇਹ ਦੇਸ਼ ਦਾ ਭਵਿੱਖ ਹੈ। ਇਹਦੀ ਫੀਸ ਅਸੀਂ ਦੇਵਾਂਗੇ, ਮਾਪਿਆਂ ਨੂੰ ਫਿਕਰ ਕੋਈ ਨਹੀਂ, ਸਕੂਲਾਂ ਨਾਲ ਅਸੀਂ ਗੱਲ ਕਰਾਂਗੇ। ਇਹ ਗੱਲ ਕਹਿਣ ਦੀ ਜਗ੍ਹਾ ਰਿਵਿਊ ਦਾ ਮਤਲਬ ਤਾਂ ਕੰਮ 3 ਮਹੀਨੇ ਫੇਰ ਗਿਆ, ਤਦ ਤੱਕ ਤਾਂ ਸ਼ਾਇਦ ਰੱਬ ਸੁੱਖ ਰੱਖੇ ਸਭ ਕੁਝ ਹੀ ਖੁੱਲ੍ਹ ਜੂਗਾ। ਫਿਰ ਇਹਨਾਂ ਮਾਪਿਆਂ ਨੂੰ ਤਾਂ ਨਹੀਂ ਲੋੜ ਇਸ ਸਰਕਾਰ ਦੀ। ਇਸ ਲਈ ਸਰਕਾਰ ਦੀ ਜਦੋਂ ਲੋੜ ਹੈ ਉਦੋਂ ਸਰਕਾਰ ICU 'ਚ ਸੁੱਤੀ ਪਈ ਆ, ਵੈਂਟੀਲੇਟਰ 'ਤੇ ਆਪ ਲੱਗ ਗਈ ਆ ਜਾ ਕੇ। ਔਰ ਤੁਸੀਂ ਵੇਖੋ ਇਹ ਕੋਰਟ ਦੇ ਆਰਡਰ 'ਚ ਹੈ ਕਿ ਸਰਕਾਰ ਨੇ ਸਟੇਟ ਕੰਸੀਡਡ even though it may be correct that the domain of fixing the fee as per the act is that of the school, ਆਪ ਹੀ ਮੰਨੀ ਜਾਂਦੇ ਆ ਕਿ ਫੀਸ ਦਾ ਫੈਸਲਾ ਉਹ ਕਰਨਗੇ। ਤੇ ਫਿਰ ਤੁਸੀਂ ਕੀ ਕਰਨਾ? ਦੇਖੋ ਜੀ, ਸਾਡੀ ਸਰਕਾਰ ਹੁੰਦੀ ਤੇ ਅਸੀਂ ਇਹ ਪ੍ਰੋਬਲਮ ਨਹੀਂ ਆਉਣ ਦਿੰਦੇ। ਮੈਂ ਬਾਰ-ਬਾਰ ਕਹਿ ਰਿਹਾ, ਇਹ ਪੰਜਾਬ ਦੇ ਬੱਚੇ ਨੇ, ਇਹਨਾਂ ਨੇ ਪੰਜਾਬ ਦੇ ਭਵਿੱਖ ਨੂੰ ਤਿਆਰ ਕਰਨਾ ਔਰ ਪੰਜਾਬ ਦੇ ਬੱਚਿਆਂ ਦੀ ਹਿਫਾਜ਼ਤ ਕਰਨਾ, ਵੈਲਫੇਅਰ ਸੂਬੇ 'ਚ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਮੈਂ ਬਾਰ-ਬਾਰ ਕਹਿ ਰਿਹਾ ਕਿ ਜਿਹੜੇ ਮਾਪੇ ਫੀਸ ਨਹੀਂ ਦੇ ਸਕਦੇ ਉਹਨਾਂ ਮਾਪਿਆਂ ਦੀ ਫੀਸ ਸਰਕਾਰ ਦੇਵੇ, ਮਗਰ ਬੱਚਿਆਂ ਨੂੰ ਇਹ ਮੈਂਟਲ ਸਟ੍ਰੈਸ ਨਾ, ਜੇ ਇੱਕ ਵੀ ਬੱਚਾ ਸੁਸਾਈਡ ਕਰ ਜਾਂਦਾ, ਰੱਬ ਨਾ ਕਰੇ ਜਾ ਹੋਵੇ, ਮਗਰ ਜੇ ਕਰ ਜਾ ਫਿਰ ਜ਼ਿੰਮੇਵਾਰ ਸਿੰਗਲਾ ਸਾਹਿਬ ਹੋਣਗੇ ਔਰ ਕੋਈ ਨਹੀਂ ਹੋਊਗਾ। ਕਿਉਂਕਿ ਬੱਚਾ ਬੜਾ ਸਟ੍ਰੈਸ ਲੈ ਜਾਂਦਾ ਇਸ ਗੱਲ ਦਾ ਕਿ ਜੀ ਮੈਨੂੰ ਸਕੂਲ 'ਚੋਂ ਕੱਢਦਾ। ਮੈਂ ਇੱਕ ਕੇਸ ਜਾਣਦਾ, ਬੱਚੇ ਆਨਲਾਈਨ ਕਲਾਸ ਲੈਂਦੇ ਸੀ, ਕੋਈ ਕਾਰਨ ਬਣਿਆ ਬੱਚੇ ਨੂੰ ਇੱਕ ਦਿਨ ਸਵੇਰੇ 4 ਦਿਨ ਕਲਾਸਾਂ ਦੀ ਜਗ੍ਹਾ ਅਗਲੇ ਦਿਨ ਉਹਦਾ ਕੰਪਿਊਟਰ ਉਹਨੇ ਔਨ ਕੀਤਾ, ਉਹਦਾ ਨਾਂ ਹੀ ਨਹੀਂ ਆ ਰਿਹਾ ਸੀ ਕਿਉਂਕਿ ਮੈਨੇਜਮੈਂਟ ਨਾਲ ਡਿਫਰੈਂਸਿਸ ਪੈ ਗਏ ਸੀ ਫੀਸ ਦੇ।
ਔਰ ਬੱਚਾ ਇੰਨਾ ਦਿਮਾਗ ਤੇ ਬੋਝ ਰਹਿ ਗਿਆ ਕਿ ਮੈਨੂੰ ਪਤਾ ਉਹ ਬੱਚੇ ਨੂੰ ਸਾਈਕੀਐਟ੍ਰਿਕ ਹੈਲਪ ਦਵਾਉਣੀ ਪਈ ਕਿ ਕੋਈ ਨਾ ਤੂੰ ਘਬਰਾ ਨਾ, ਤੈਨੂੰ ਸਕੂਲ 'ਚ ਅਸੀਂ ਭੇਜਾਂਗੇ। ਇਹੋ ਜਿਹੇ ਹਾਲਾਤ ਨਾ ਪੈਦਾ ਹੋਣ, ਇਸ ਲਈ ਮੈਂ ਬਾਰ-ਬਾਰ ਡਿਮਾਂਡ ਕਰ ਰਿਹਾ, ਜਦੋਂ ਸਿਚੁਏਸ਼ਨ ਵਿਗੜ ਜੂਗੀ ਉਦੋਂ ਤੁਸੀਂ ਕੁਝ ਕਰੋ, ਗੱਲ ਚੰਗੀ ਨਹੀਂ। ਪਹਿਲਾਂ ਹੀ ਇੰਟਰਵੀਨ ਕਰਕੇ ਕਰੈਕਟਿਵ ਮੈਜਰ ਲਓ ਕਿ ਬੱਚਿਆਂ ਨੂੰ ਇਹ ਮੁਸ਼ਕਿਲ ਆਵੇ ਨਾ, ਬੱਚੇ ਆਰਾਮ ਨਾਲ ਸੌਣ ਰਾਤ ਦੀ ਨੀਂਦ। ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਅੱਜ ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ ਸੀ ਵੀਡੀਓ ਕਾਨਫਰੰਸ ਤੇ, ਆਰਡੀਨੈਂਸ ਪਾਸ ਕਰਕੇ ਕੇਂਦਰ ਨੂੰ ਭੇਜਦੇ ਜਿਹੜੇ 3 ਆਰਡੀਨੈਂਸ ਨੇ, ਉਹਦੇ ਵਿੱਚ ਕਿਹਾ ਕਿ ਜਿਹੜੇ ਆਰਡੀਨੈਂਸ ਨੇ ਪੰਜਾਬ ਦੇ ਖਿਲਾਫ ਨੇ, ਅਕਾਲੀ ਦਲ ਆਪਣਾ ਸਟੈਂਡ ਸਪਸ਼ਟ ਕਰੇ। ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਦੇਖੋ, ਮੈਂ ਆਰਡੀਨੈਂਸ ਦੀ ਗੱਲਾਂ ਯਾਰ ਬੜੀ ਕਲੈਰਿਟੀ ਨਾਲ ਹੋ ਗਈਆਂ ਨੇ। ਅੱਜ ਇਹ ਸਕੂਲ ਫੀਸ ਦੇ ਉੱਤੇ ਮੁੱਦਾ, ਔਰ ਮੈਂ ਤੁਹਾਨੂੰ ਸਪਸ਼ਟ ਦੱਸ ਰਿਹਾ ਔਰ ਮੈਂ ਤੁਹਾਨੂੰ ਠੋਕ ਕੇ ਕਹਿ ਰਿਹਾ ਕਿ ਸਿੰਗਲਾ ਸਾਹਿਬ ਨੂੰ ਜਿਹੜੀ ਪ੍ਰਾਈਵੇਟ ਸਕੂਲ ਦੀ ਐਸੋਸੀਏਸ਼ਨ ਦੇ ਤਗੜੇ ਬੰਦੇ ਸਨ, ਜਿਹੜੇ ਪੋਲੀਟੀਕਲੀ ਵੈਲ ਕਨੈਕਟਡ ਸਨ, ਉਹਨੇ ਸਿੰਗਲਾ ਸਾਹਿਬ ਨੂੰ ਦਬਾ ਲਿਆ ਜਾਂ ਕੀ ਕਰ ਲਿਆ ਇਹ ਤਾਂ ਸਿੰਗਲਾ ਸਾਹਿਬ ਹੀ ਦੱਸ ਸਕਦੇ ਆ। ਮਗਰ ਸਿੰਗਲਾ ਸਾਹਿਬ ਨੇ ਮਾਪਿਆਂ ਦੀ ਆਵਾਜ਼ ਨੂੰ ਹਾਈ ਕੋਰਟ 'ਚ ਬੁਲੰਦ ਨਹੀਂ ਕੀਤਾ। ਔਰ ਮੈਂ ਅੱਜ ਸਪਸ਼ਟ ਕਹਿ ਰਿਹਾ, ਮੈਂ ਤੁਹਾਨੂੰ ਇਸ਼ਾਰਾ ਵੀ ਦੇ ਦਿੱਤਾ 2 ਜ਼ਿਲ੍ਹਿਆਂ ਦਾ ਮੋਟਾ ਤੁਸੀਂ ਫੋਲੋ ਨਹੀਂ ਕੀਤਾ, ਹੁਣ ਲੱਭ ਲਿਓ ਜਾ ਕੇ। ਮੈਂ ਰੈਗੂਲੇਟਰ ਤੇ ਤਾਂ ਫੇਰ ਤੁਸੀਂ ਬੈਠੇ ਹੋ, ਜੇ ਤੁਸੀਂ ਕੇਸ ਨਹੀਂ ਲੜ ਸਕਦੇ ਤੁਸੀਂ ਫੇਰ ਉੱਥੇ ਫੈਸਲਾ ਪ੍ਰਾਈਵੇਟ ਸਕੂਲ ਦੇ ਹੱਕ 'ਚ ਦਓਗੇ। ਮੈਂ ਕਿਸੇ ਪ੍ਰਾਈਵੇਟ ਸਕੂਲ ਜਾਂ ਸੰਸਥਾ ਦੇ ਖਿਲਾਫ ਨਹੀਂ, ਮਗਰ ਜਦੋਂ ਆ ਕੋਵਿਡ ਦੇ ਸਮਿਆਂ 'ਚ ਜਦ ਸੁਸਾਈਡ ਰੇਟਸ ਵੱਧ ਰਹੇ ਆ, ਪੇਰੈਂਟਸ ਅੰਡਰ ਸਟ੍ਰੈਸ ਨੇ, ਕਮਾਈ ਅੰਡਰ ਸਟ੍ਰੈਸ ਹੈ, ਨੋਰਮਲ ਹਾਲਾਤਾਂ 'ਚ ਅਸੀਂ ਕਦੇ ਇਹ ਗੱਲ ਨਹੀਂ ਕੀਤੀ ਕਿਉਂਕਿ ਪ੍ਰਾਈਵੇਟ ਸਕੂਲ 'ਚ ਭੇਜਣ ਦਾ ਫੈਸਲਾ ਮਾਪਿਆਂ ਦਾ ਆਪਦਾ ਸੀ। ਮਗਰ ਅੱਜ ਜੇ ਮੁਸ਼ਕਿਲ ਆਈ ਹੈ, ਸਰਕਾਰ ਉਹਨਾਂ ਦੀ ਗੱਲ ਨਾ ਕਰੇ, ਸਰਕਾਰ ਜਾ ਕੇ ਪ੍ਰਾਈਵੇਟ ਸਕੂਲਾਂ ਨਾਲ ਖਲੋ ਜੇ ਔਰ ਕਵੇ ਕਿ ਅਸੀਂ ਰਿਵਿਊ ਪਾਵਾਂਗੇ, ਰਿਵਿਊ ਦਾ ਫੈਸਲਾ ਤਾਂ 3 ਮਹੀਨੇ ਨਹੀਂ ਆਉਣਾ। ਤੇ ਅੱਜ ਮੈਂ ਡਿਮਾਂਡ ਕਰਦਾ ਕਿ ਸਿੰਗਲਾ ਸਾਹਿਬ ਨੂੰ ਅੱਜ ਇਹ ਡਰਾਮਾ ਕਰਨ ਦੀ ਜਗ੍ਹਾ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਪਿਛਲੇ 3 ਮਹੀਨੇ ਤੇ ਅਗਲੇ 3 ਮਹੀਨੇ, ਮਤਲਬ 6 ਮਹੀਨੇ ਦੇ ਸਮੇਂ ਦੀ, ਕਿਉਂਕਿ ਰਿਕਾਰਡ ਸਾਰਾ ਤੁਹਾਡੇ ਕੋਲ ਹੈ, ਕਿੰਨਾ ਦੇ ਬੱਚੇ ਕਿੰਨੇ ਸਕੂਲਾਂ 'ਚ ਪੜ੍ਹੇ, ਕਿਹੜੀ ਕਲਾਸ 'ਚ ਪੜ੍ਹੇ ਆ, ਉਹਨਾਂ ਦੀ ਸਾਰੀ ਫੀਸ ਜਾਂ ਤਾਂ ਪੰਜਾਬ ਸਰਕਾਰ ਸਬਸਿਡਾਈਜ਼ ਕਰਕੇ ਕਵੇ ਅਸੀਂ ਦੇਵਾਂਗੇ ਤੇ ਫਿਰ ਵੀ ਮੈਂ ਸਮਝਾ ਚਲੋ ਮਾਪਿਆਂ ਦਾ ਫਿਕਰ ਲੱਥਿਆ। ਨਹੀਂ ਤਾਂ ਇਹ ਪੰਜਾਬ ਦੇ ਨੌਜਵਾਨ ਪੀੜ੍ਹੀ, ਪੰਜਾਬ ਦੀ ਆਉਣ ਵਾਲੀ ਪੀੜ੍ਹੀ ਜਿਹਨੇ ਪੰਜਾਬ ਨੂੰ ਆਪਣੇ ਪੈਰਾਂ ਸਿਰ ਖੜਾ ਕਰਨਾ, ਤੁਸੀਂ ਅੱਜ ਜੇ ਉਹਦੀ ਬਾਂਹ ਨਹੀਂ ਫੜੋਗੇ ਤੇ ਮੈਂ ਸਮਝਦਾ ਇਹ ਤੋਂ ਵੱਡਾ ਪਾਪ ਗੁਨਾਹ ਮੌਜੂਦਾ ਕਾਂਗਰਸ ਸਰਕਾਰ ਕੋਈ ਹੋਰ ਕਰ ਨਹੀਂ ਸਕਦੀ। ਮੈਂ ਕਿਹਾ ਜੀ, ਇਹ ਮਾਰਚ ਤੋਂ ਲੋਕਡਾਊਨ ਹੋਇਆ, ਲੋਕਾਂ ਦੀ ਆਮਦਨ ਤੇ ਬੜਾ ਵੱਡਾ ਅਸਰ ਪਿਆ। ਸਰਕਾਰ ਨੇ ਹਰ ਤਰੀਕੇ ਦੇ ਟੈਕਸ ਕਲੈਕਸ਼ਨ ਤੇ ਰੋਕ ਨਹੀਂ ਲਾਈ। ਸਰਕਾਰ ਨੇ ਡੀਜ਼ਲ ਪੈਟਰੋਲ ਤੇ 20-20 ਰੁਪਏ ਐਕਸਟਰਾ ਵੈਟ ਲਾ ਕੇ ਕਲੈਕਸ਼ਨ ਸ਼ੁਰੂ ਕੀਤੀ ਹੈ। ਹੁਣ ਸਰਕਾਰ ਦੇ ਜੇ ਕਲੈਕਸ਼ਨ ਹੀ ਵਧਾਤੀ ਆਪਣੀ ਤਾਂ ਇੰਨਾ ਹੀ ਤਰਸ ਕਰਨ ਕਿ ਆਹ 3 ਮਹੀਨੇ ਤੇ ਅਗਲੇ 3 ਮਹੀਨੇ ਜਦ ਤੱਕ ਕੋਰਟ ਦਾ ਫੈਸਲਾ ਆਉਂਦਾ ਨਹੀਂ, ਆ 6 ਮਹੀਨੇ ਜੋ ਸਾਰੀ ਫੀਸ ਹੈ ਉਹ ਸਰਕਾਰ ਦੇਵੇ ਨਾ ਮਾਪਿਆਂ ਦੀ। ਜਿਹੜੇ ਮਾਪੇ ਅਫੋਰਡ ਨਹੀਂ ਕਰ ਸਕਦੇ, ਕਿਉਂਕਿ ਬੜਾ ਸਿੰਪਲ ਹੈ, ਕਿਹੜਾ ਬੱਚਾ ਕਿਹੜੀ ਕਲਾਸ 'ਚ ਪੜ੍ਹਦਾ, ਕਿੰਨੇ ਪ੍ਰਾਈਵੇਟ ਸਕੂਲ ਹੈ, ਸਾਰਾ ਕੁਝ ਹੀ ਸਰਕਾਰ ਕੋਲ ਅਵੇਲੇਬਲ ਹੈ। ਅੱਜ ਮੈਂ ਸੋਚਿਆ ਸਿੰਗਲਾ ਸਾਹਿਬ ਪੈਕੇਜ ਅਨਾਊਂਸ ਕਰਨਗੇ ਬੱਚਿਆਂ ਵਾਸਤੇ, ਮਾਪਿਆਂ ਵਾਸਤੇ, ਕਿ ਬੱਚਿਆਂ ਨੂੰ ਫਿਕਰ ਕਰਨ ਦੀ ਲੋੜ ਨਹੀਂ, ਉਹ ਸਕੂਲ ਤੋਂ ਬਾਹਰ ਨਹੀਂ ਹੋਣਗੇ, ਉਹਨਾਂ ਦਾ ਹਰ ਤਰੀਕੇ ਦਾ ਧਿਆਨ ਰੱਖਿਆ ਜਾਊਗਾ। ਮਗਰ ਉਲਟਾ ਮਾਪਿਆਂ ਦੀ ਅੱਖਾਂ 'ਚ ਘਟਾ ਪਾਉਣ ਦਾ ਕੰਮ ਕੀਤਾ, ਇੱਕ ਡਰਾਮਾ ਰਚ ਕੇ ਪਾਰ ਗਏ ਆ। ਰਿਵਿਊ ਤਾਂ ਮਹੀਨਾ ਪਰ ਟਾਈਮ ਹੈ ਰਿਵਿਊ ਪਾਉਣ ਦਾ, ਕਦੋਂ ਪਾਊਗੀ, ਕਦੋਂ ਰਿਜ਼ਲਟ ਆਊਗਾ ਤੇ ਤਦ ਤੱਕ ਬੱਚਿਆਂ ਦੀ ਜ਼ਿੰਦਗੀ ਦਾ ਕੀ ਬਣੂਗਾ। ਇਸ ਲਈ ਮੈਂ ਇਮੀਡੀਏਟਲੀ ਇਹ ਇਕਨੋਮਿਕ ਸਬਸਿਡਾਈਜ਼ ਪੈਕੇਜ ਬੱਚਿਆਂ ਦੀ ਫੀਸ ਦਾ, ਜਿਹੜੀ ਆਉਣ ਵਾਲੀ ਪੀੜ੍ਹੀ ਆ ਪੰਜਾਬ ਦੀ, ਉਹਨਾਂ ਵਾਸਤੇ ਇਹ ਡਿਮਾਂਡ ਕਰਦਾ ਪੰਜਾਬ ਸਰਕਾਰ ਕੋਲੋਂ। ਨਾਲ ਹੀ ਮੇਰੀ ਇਹ ਵੀ ਬੇਨਤੀ ਹੈ ਕਿ ਇਹ ਸਾਰਾ ਜਿਹੜਾ ਆਈ ਵਾਸ਼ ਅੱਜ ਸਿੰਗਲਾ ਸਾਹਿਬ ਨੇ ਕੀਤਾ, ਇਹ ਬਹੁਤ ਹੀ ਇਟ ਵਾਜ਼ ਅ ਡਿਸਅਪੋਇੰਟਿੰਗ ਮੂਮੈਂਟ। ਕਿੱਥੇ ਮਾਪਿਆਂ ਦੀ ਬਾਂਹ ਫੜਨ ਦੀ ਜਗ੍ਹਾ ਇੱਕ ਡਰਾਮਾ ਕਰਕੇ ਅੱਜ ਉਹ ਪਾਰ ਗਏ ਆ।
ਸੋ ਮੈਂ ਡਿਮਾਂਡ ਕਰਦਾ ਕਿ ਜੋ ਮਾਪਿਆਂ ਦੀ ਮੰਗ ਹੈ, ਕਿਉਂਕਿ ਇਹ ਮੰਗ ਹੁਣ ਤੇਜ਼ ਹੁੰਦੀ ਜਾ ਰਹੀ ਹੈ ਕਿ ਸੈਸ਼ਨ 2021 ਵੀ ਡਿਕਲੇਅਰਡ ਅ 0 ਈਅਰ। ਇਹ ਮਾਪਿਆਂ ਦੀ ਐਸੋਸੀਏਸ਼ਨਸ ਹੁਣ ਮੰਗ ਕਰਨ ਲੱਗ ਪਈਆਂ ਨੇ। ਦੇ ਆਲਸੋ ਡਿਮਾਂਡਿੰਗ, ਚਲੋ ਇਸ ਗੱਲ 'ਚ ਸਰਕਾਰ ਦੇਖੇ, ਕਿਉਂਕਿ ਜੇ ਸਿਲੇਬਸ ਪੂਰਾ ਨਹੀਂ ਹੋਣਾ ਤੇ ਬੱਚੇ ਕੀ ਕਰਨਾ, ਉਹ ਸਿਲੇਬਸ ਘਟਾਉਣਾ ਹੈ ਔਰ ਤੁਸੀਂ ਕੀ ਉਹਨਾਂ ਨੂੰ ਐਂ ਪ੍ਰਮੋਟ ਕਰੋਗੇ, ਕਿਉਂਕਿ ਛੋਟੇ ਬੱਚਿਆਂ ਨੂੰ ਜੇ ਪ੍ਰਮੋਟ ਵੀ ਕਰਦੇ ਹੋ ਘੱਟ ਸਿਲੇਬਸ ਨਾਲ ਕੋਈ ਇਹ ਜਿਹਾ ਗੁਨਾਹ ਨਹੀਂ, ਕਿਉਂਕਿ ਐਕਸਟਰਾ ਆਰਡੀਨਰੀ ਸਿਚੁਏਸ਼ਨ ਹੈ, ਨਾਰਮਲ ਹਾਲਾਤ ਨਹੀਂ। ਇਹ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਸਰਕਾਰ ਨੂੰ ਕੋਈ ਪਾਲਿਸੀ ਬਣਾਉਂਦੇ ਹੋਏ ਇਕਨੋਮਿਕ ਸਬਸਿਡੀ ਦੇਣੀ ਚਾਹੀਦੀ, ਬੱਚਿਆਂ ਦੀ ਫੀਸ ਉਤਾਰਨੀ ਚਾਹੀਦੀ, ਸੋ ਦੈਟ ਪੰਜਾਬ ਦਾ ਭਵਿੱਖ ਸੁਰੱਖਿਅਤ ਰਵੇ। ਨਾਲ ਹੀ ਜਿੰਨੇ ਵੀ ਉੱਥੇ ਸੈਲਰੀਡ ਕਲਾਸ ਨੇ, ਦੇਖੋ ਪ੍ਰਾਈਵੇਟ ਸਕੂਲ ਇਹ ਤਰਕ ਦਿੰਦੇ ਆ ਕਿ ਜੀ ਸਾਡੇ ਸਟਾਫ ਦਾ ਕੀ ਬਣੂ, ਸਾਡੇ ਟੀਚਰਾਂ ਦਾ ਕੀ ਬਣੂ। ਉਹ ਜਿਹੜੇ ਫੀਸ ਨਹੀਂ ਦੇ ਸਕ ਰਹੇ ਉਹਨਾਂ ਦੀ ਤਨਖਾਹਾਂ ਵੀ ਅੱਧੀਆਂ ਹੋਣਗੀਆਂ, ਕਿਉਂਕਿ ਉਹਨਾਂ ਨੂੰ ਅੱਗੇ ਤਨਖਾਹਾਂ ਨਹੀਂ ਬਣ ਰਹੀਆਂ। ਸੋ ਸਰਕਾਰ ਨੂੰ ਦੋਵੇਂ ਪੱਖਾਂ ਨੂੰ ਧਿਆਨ 'ਚ ਰੱਖਦਿਆਂ ਆਪਾਂ ਮਾਪਿਆਂ ਦੀ ਮਦਦ ਤੇ ਤਾਂ ਜ਼ਰੂਰ ਆਉਣ ਬੱਚਿਆਂ ਦੀ। ਜੇ ਕੋਈ ਤਨਖਾਹ ਦੇ ਇਸ਼ੂ, ਕਿਉਂਕਿ ਇਹ ਸਕੂਲ ਜਿੰਨੇ ਵੀ ਨੇ, ਦੇਖੋ ਜਿਨ੍ਹਾਂ ਨੇ ਕਰੋੜਾਂ ਦੀ ਜ਼ਮੀਨਾਂ ਲਈਆਂ ਨੇ, 10-10 ਲੱਖ 5-5 ਲੱਖ ਐਡਮਿਸ਼ਨ ਵੇਲੇ ਲੈਂਦੇ ਆ ਜਿਹੜੇ ਵੱਡੇ ਨਾਮੀ ਸਕੂਲ ਆ, ਉਹਨਾਂ ਨੂੰ ਕੀ ਪ੍ਰੋਬਲਮ ਹੈ। ਮਗਰ ਜੇ ਕਿਸੇ ਦੀ ਜੈਨੂਅਨ ਪ੍ਰੋਬਲਮ ਹੈ ਤੇ ਸਰਕਾਰ ਉਸ ਵੱਲ ਧਿਆਨ ਦੇਵੇ। ਐਜੂਕੇਸ਼ਨ ਤੋਂ ਇੰਪੋਰਟੈਂਟ ਸੈਕਟਰ ਕੋਈ ਨਹੀਂ, ਹੈਲਥ ਤੋਂ ਇੰਪੋਰਟੈਂਟ ਸੈਕਟਰ ਕੋਈ ਨਹੀਂ, ਔਰ ਵੈਲਫੇਅਰ ਸੂਬੇ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਸੂਬੇ ਜੇ ਕ੍ਰਾਈਸਿਸ 'ਚ ਹੈ ਤੇ ਸਰਕਾਰ ਉਹਨਾਂ ਦੀ ਮਦਦ 'ਚ ਆ ਕੇ ਖਲੋਵੇ, ਜਿਵੇਂ ਬਾਹਰਲੇ ਦੇਸ਼ਾਂ 'ਚ ਕਈ ਸਰਕਾਰਾਂ ਕਰ ਰਹੀਆਂ ਨੇ। ਤੁਹਾਡੇ ਕੋਈ ਸਵਾਲ ਜੀ? ਪਿੱਛੇ ਸਿੰਗਲਾ ਸਾਹਿਬ ਸਿੰਗਲ ਬੰਦੇ ਨੇ ਮਿਲਟਰੀ ਕਾਂਗਰਸ ਕੈਪਟਨ ਸਰਕਾਰ ਤੇ ਹੋਰ ਵੀ ਬੰਦੇ, ਕਿਉਂ ਸਿੰਗਲ ਬੰਦੇ ਸਿੰਗਲਾ ਸਾਹਿਬ ਜਿਹਨੂੰ ਦਬਾ ਲਿੱਤਾ ਗਿਆ? ਨਹੀਂ ਦਬਾ ਲਿਆ ਗਿਆ, ਜਾਂ ਦਬ ਗਿਆ, ਜਾਂ ਉਹ ਆਪ ਹੀ ਰਲੀ ਮਿਲੀ ਫਿਕਸਡ ਮੈਚ ਹੋ ਗਿਆ, ਤਾਂ ਸਿੰਗਲਾ ਸਾਹਿਬ ਦੱਸ ਸਕਦੇ ਆ। ਮਗਰ ਫਿਕਸਡ ਮੈਚ ਹੋਇਆ ਹੈ ਪ੍ਰਾਈਵੇਟ ਸਕੂਲਾਂ ਨਾਲ, ਮਾਪਿਆਂ ਦੇ ਖਿਲਾਫ ਫਿਕਸਡ ਮੈਚ ਹੋਇਆ ਹੈ, ਕਿਉਂਕਿ ਕਈ ਸਕੂਲ ਬੜੇ ਇਨਫਲੂਐਂਸ਼ੀਅਲ ਲੋਕਾਂ ਦੇ ਸਕੂਲ ਨੇ, ਪੋਲੀਟੀਕਲੀ ਵੈਲ ਕਨੈਕਟਡ ਲੋਕਾਂ ਦੇ ਸਕੂਲ ਆ, ਜਿਹੜੇ ਅੱਜ ਸਰਕਾਰੀ ਦਰਬਾਰੇ ਬੈਠੇ ਵੀ ਨੇ। ਉਹਨਾਂ ਨੇ ਕਿਤੇ ਨਾ ਕਿਤੇ ਮੈਂ ਸਮਝਦਾ ਗੜਬੜ ਕੋਈ ਹੋਈ ਹੈ। ਸਰ ਜਿੱਦਾਂ ਕੋਵਿਡ ਦੇ ਵਿੱਚ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਨੈਗੇਟਿਵ ਪੋਜ਼ਿਟਿਵ ਜਿਹੜੀਆਂ ਰਿਪੋਰਟਾਂ, ਉਹ ਇੱਕ ਨੈਕਸਸ ਸ਼ਬਦ ਵਰਤਿਆ ਗਿਆ ਸੀ, ਤੁਹਾਨੂੰ ਲੱਗਦਾ ਕਿ ਸਕੂਲ ਦਾ ਨੈਕਸਸ ਹੈ ਜੀ, ਨੈਕਸਸ ਹੈ, ਬਿਲਕੁਲ ਨੈਕਸਸ ਹੈ। ਸਰਕਾਰ ਦੇ ਅੱਜ ਨੈਕਸਸ ਵਾਲਾ ਹੀ ਰੋਲ ਮੈਂ ਤਾਂ ਕਹਿ ਸਕਦਾ। ਜੇ ਬਾਕੀ ਹਾਈ ਕੋਰਟਾਂ 'ਚ, ਆਨਰੇਬਲ ਹਾਈ ਕੋਰਟ 'ਚ ਸਹੀ ਚੀਜ਼ਾਂ ਤੱਥ ਰੱਖੇ ਗਏ ਔਰ ਬਾਕੀ ਹਾਈ ਕੋਰਟਸ ਨੇ ਪੇਰੈਂਟਸ ਔਰ ਬੱਚਿਆਂ ਦੇ ਹੱਕ 'ਚ ਫੈਸਲਾ ਦਿੱਤਾ ਹੈ, ਤੇ ਇੱਥੇ ਤੱਥ ਨਹੀਂ ਰੱਖੇ ਗਏ। ਜੱਜ ਸਾਹਿਬ ਅੱਗੇ ਜੇ ਤੁਸੀਂ ਮੂੰਹ ਹੀ ਨਾ ਖੋਲੋ, ਤੁਸੀਂ ਕਹੋ ਜੋ ਇਹ ਕਹਿ ਰਹੇ ਆ ਪ੍ਰਾਈਵੇਟ ਸਕੂਲ ਵਾਲੇ ਸਹੀ ਕਹਿ ਰਹੇ, ਤੇ ਜੱਜ ਸਾਹਿਬ ਫਿਰ ਕੀ ਕਰਨਗੇ? ਵਿਕਰਮ ਜੀ, ਇਸ ਤਰ੍ਹਾਂ ਮੂਵਮੈਂਟ ਸ਼ੁਰੂ ਹੋ ਗਈ, ਤੁਸੀਂ ਕਿਹਾ ਪ੍ਰੋਟੈਸਟ ਆ, ਪਟਿਆਲੇ ਦਾ ਨਾਂ ਤੁਸੀਂ ਜ਼ਿਕਰ ਕੀਤਾ, ਅਕਾਲੀ ਦਲ ਕੀ ਇਹ ਧਰਨਿਆਂ ਦੇ ਵਿੱਚ ਜ਼ਰੂਰਤ ਪਈ ਪੇਰੈਂਟਸ ਦੇ ਨਾਲ ਧਰਨਿਆਂ 'ਚ ਸ਼ਾਮਲ ਹੋਏਗਾ? ਅਸੀਂ ਤਾਂ YPS ਜਾ ਕੇ ਪਟਿਆਲੇ ਸਭ ਤੋਂ ਪਹਿਲਾਂ ਧਰਨਾ ਮਾਰਾਂਗੇ, ਕਿਉਂਕਿ ਮੈਂ ਤੁਹਾਨੂੰ ਸਪਸ਼ਟ ਹੀ ਕਹਿ ਦਿਆ ਕਿ ਇਹ ਉੱਥੋਂ ਕੰਮ ਚੱਲੇ। ਮਾਪੇ ਸਾਰੇ ਪੰਜਾਬ 'ਚ ਧਰਨੇ ਦੇ ਰਹੇ ਜੀ, ਕਿਵੇਂ ਸੁਣਵਾਈ ਹੋਊਗੀ? ਹਾਂਜੀ, ਕੋਈ ਸੁਣਵਾਈ ਨਹੀਂ ਹੋਈ ਸਾਰੇ ਪੰਜਾਬ 'ਚ, ਲਗਾਤਾਰ ਧਰਨੇ ਦੇ ਰਹੇ ਮਾਪੇ। ਮੈਂ ਕਿਹਾ ਜੀ ਹੁਣ ਅਸੀਂ ਆਫਰ ਕਰਦੇ ਹਾਂ, ਜੇ ਮਾਪੇ ਠੀਕ ਸਮਝਣਗੇ ਤੇ ਵੀ ਸ਼੍ਰੋਮਣੀ ਅਕਾਲੀ ਦਲ ਮਾਪਿਆਂ ਦਾ ਕੇਸ ਲੜਨ ਵਾਸਤੇ ਅਸੀਂ ਅੱਗੇ ਆਉਣ ਨੂੰ ਤਿਆਰ ਹਾਂ, ਔਰ ਅਸੀਂ ਵੀ ਪੇਰੈਂਟਸ ਐਸੋਸੀਏਸ਼ਨ ਨਾਲ ਸੰਪਰਕ ਕਰਕੇ, ਕਿਉਂਕਿ ਮੈਂ ਬਾਰ-ਬਾਰ ਕਹਾਂ ਮੈਂ ਕਿਸੇ ਇੰਸਟੀਟਿਊਸ਼ਨ ਦੇ ਖਿਲਾਫ ਨਹੀਂ, ਮਗਰ ਜੇ ਕੋਵਿਡ 'ਚ ਸਮੇਂ 'ਚ ਮਾਪਿਆਂ ਦੀ ਕਮਾਈ ਨਹੀਂ ਹੋ ਰਹੀ ਤੇ ਮੈਂ ਨਹੀਂ ਚਾਹੁੰਦਾ ਉਹ ਬੱਚਾ ਮੈਂਟਲ ਸਟ੍ਰੈਸ ਹੇਠ ਜਾਵੇ, ਬੱਚਾ ਕੋਈ ਇਹੋ ਜਿਹਾ ਐਕਸਟ੍ਰੀਮ ਸਟੈਪ ਲਵੇ ਜਿਹਦੇ ਵਾਸਤੇ ਸਾਨੂੰ ਸ਼ਰਮ ਨਾਲ ਆਪਦੇ ਸਿਰ ਝੁਕਾਉਣੇ ਪੈਣ। ਇਸ ਲਈ ਅਸੀਂ ਹਰ ਹਾਲਤ 'ਚ ਮਾਪਿਆਂ ਨਾਲ ਤੇ ਬੱਚਿਆਂ ਨਾਲ ਖਲੋਵਾਂਗੇ। ਅੱਜ ਮੈਂ ਤਦੇ ਤੁਹਾਡੇ ਕੋਲ ਆਇਆ, ਪ੍ਰੈਸ ਕਾਨਫਰੰਸ ਵੇਖਣ ਤੋਂ ਬਾਅਦ ਆਇਆ, ਜਦੋਂ ਮੈਂ ਕਿਸੇ ਤਰੀਕੇ ਦੀ ਵੀ ਸਿੰਗਲਾ ਸਾਹਿਬ ਵੱਲੋਂ ਜੇ ਮੈਂ ਸੋਚਦਾ ਸੀ ਹਮਦਰਦੀ ਹੋਊਗੀ, ਇੱਕ ਪੈਕੇਜ ਹੋਊਗਾ, ਮਗਰ ਜਦ ਮੈਂ ਲਿਪ ਸਰਵਿਸ ਵੇਖੀ ਤਾਂ ਮੈਂ ਤੁਹਾਡੇ ਕੋਲ ਆਇਆ। ਨਹੀਂ ਤਾਂ ਮੈਂ ਆਸ ਕਰਦਾ ਸੀ ਕਿ ਸਿੰਗਲਾ ਸਾਹਿਬ ਮੇਰੀ ਗੱਲ ਸਿੰਗਲਾ ਸਾਹਿਬ ਕਰ ਰਹੇ ਹੋਣ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।